2020 ਉਸ ਤੋਂ ਬਾਅਦ ਹਰ ਵਰਗ ਨੂੰ ਆਸ ਸੀਗੀ ਕਿ ਇਹ ਬਜਟ ਉਹਨਾਂ ਵਾਸਤੇ ਇੱਕ ਵਧੀਆ ਫਰਮਾਨ ਲੈ ਕੇ ਆਵੇਗਾ, ਜੋ ਐਲਾਨ ਕੀਤੇ ਜਾਣਗੇ ਉਸ ਦੇ ਨਾਲ ਉਹਨਾਂ ਨੂੰ ਫਾਇਦਾ ਵੀ ਹੋਵੇਗਾ। ਔਰ ਸਰਕਾਰ ਵੱਲੋਂ ਵੀ ਅੱਜ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਵੱਲੋਂ ਇਹ ਗੱਲ ਕਹੀ ਗਈ ਕਿ ਬੇहद ਚੈਲੰਜਿੰਗ ਮਾਹੌਲ ਦੇ ਵਿੱਚ ਅਸੀਂ ਇਹ ਲੈ ਕੇ ਆ ਰਹੇ ਹਾਂ, ਜਿਸ ਦੇ ਨਾਲ ਇਹ ਆਪਦਾ ਦੇ ਨਾਲ ਇੱਕ ਮੌਕਾ ਦੇਵੇਗਾ। ਤੇ ਸਾਡੇ ਨਾਲ ਲਗਾਤਾਰ ਸਾਡੇ ਨਾਲ ਖੇਤੀਬਾੜੀ ਮਾਹਿਰ ਐਸਐਸ ਢਿੱਲੋਂ, ਲਗਾਤਾਰ ਡਾਕਟਰ ਐਸਐਸ ਢਿੱਲੋਂ ਸਾਡੇ ਨਾਲ ਜੁੜੇ ਹੋਏ ਨੇ। ਤੇ ਢਿੱਲੋਂ ਸਾਹਿਬ, ਤੁਹਾਨੂੰ ਕਿਵੇਂ ਲੱਗਦਾ ਹੈ ਕਿ ਅੱਜ ਦਾ ਜਿਹੜਾ ਬਜਟ ਪੇਸ਼ ਕੀਤਾ ਗਿਆ ਹੈ, ਕਿਉਂਕਿ ਵਿੱਤ ਮੰਤਰੀ ਵੱਲੋਂ ਵੀ ਇਹ ਗੱਲ ਕਹੀ ਗਈ ਕਿ आपदा दे विच एक मौका देने की कोशिश, ते किवें लगदा कि किसानां नूं मौका नहीं मिल पावेगा, कि ग्रोथ उन्हां नूं नहीं मिल पावेगी इस बजट तो बाद? देखो तुसीं आपां ब्रेक तो पहलों जिहड़ी गल कर रहे सी जी जी दो गल्लां दी गल, एक ते जिहड़ा एग्रीकल्चर इंफ्रास्ट्रक्चर फंड जिहड़ा क्रिएट कीता है ਇਹ ਪੋਜ਼ਿਟਿਵਲੀ ਆਪਾਂ ਲੈ ਸਕਦੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਸਟੇਟਸ ਦੇ ਵਿੱਚ ਇਨਫਰਾਸਟ੍ਰਕਚਰ, ਇਰੀਗੇਸ਼ਨ ਫੈਸਿਲਿਟੀਜ਼, ਇਹਨਾਂ ਸਾਰੀਆਂ ਚੀਜ਼ਾਂ ਵਾਸਤੇ ਜਿਹੜਾ ਵਾ ਉਹ ਪੈਸੇ ਜ਼ਿਆਦਾ ਮਤਲਬ ਫੰਡ ਕ੍ਰੀਏਟ ਕੀਤਾ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਅਸਰ ਹੋਏਗਾ। ਲੇਕਿਨ ਇਹ ਲੌਂਗ ਟਰਮ ਇਫੈਕਟ ਹੋਏਗਾ, ਇਮੀਡੀਏਟ ਇਫੈਕਟ ਇਹਦਾ ਨਹੀਂ ਹੋਣ ਵਾਲਾ। दूसरी गल जी ई मार्केट की गल की है कि ई नैम जी है, मतलब नैशनल एग्रीकल्चर मार्केट इलैक्ट्रॉनिक्स, ये फार्मर मतलब 1000 होर मंडियां दी कीती गई है, खोलियां जाणगियां। लेकिन जी गल समझण वाली वो है कि साडे इंडियन फार्मर्स नंबर 1 कि बहुत ज़्यादा पढ़े लिखे नहीं, नंबर 2 समॉल तो मार्जिनल फार्मर्स की गिनती बहुत ज़्यादा है कि टोटल फार्मर्स दे विचों 86% जिहड़े ने वो समॉल ते मार्जिनल फार्मर्स ने। हुण तुसीं ये देखो कि की वो फार्मर जिहड़ा है वो मतलब ई कमर्स दे नाल जुड़ के अपना कोई फायदा लै सकदा है कि की उहदे कोल सारा इंफ्रास्ट्रक्चर है ई मार्केट का फायदा लैण लू। ये जिहड़ा वा इहदे वास्ते भी इमीडिएट जिहड़ा वा उहदा इफैक्ट नहीं होना, टाइम जिहड़ा वा वो लगेगा। और उन्हां नूं सारी जिहड़ी जिहड़े फार्मर्स आ उहनूं इहदी स्टडी उन्होंने पता होना चाहिए किस तरह वर्क करना है। हुण तुसीं देखो कि उपर हिमाचल दे विच जिहड़े फार्मर्स इवन एप्पल प्रोड्यूसर्स ने, स्मॉल एप्पल प्रोड्यूसर्स, की वो ई मार्केट राहीं अपने एप्पल्स बेच सकदा है? यानी कि ये चीज़ां आने वाले समय दे विच इहदा शायद पॉजिटिव असर होए, लेकिन ये टाइम लगेगा। इमीडिएट जिहड़ी साडी प्रॉब्लम है वो सी कि एग्रीकल्चर दे विच इस तरह की कोई मतलब असीं चेंजिस लैके आउंदे ਜਿਹਦੇ ਨਾਲ ਨੰਬਰ 1 ਜਿਹੜਾ ਇਸ ਵੇਲੇ ਨੈਸ਼ਨਲ ਲੈਵਲ ਤੇ ਐਜੀਟੇਸ਼ਨ ਚੱਲ ਰਿਹਾ ਹੈ, ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਕਿ ਕੀ ਉਹ ਜਿਹੜੇ 3 ਬਿੱਲ ਅਸੀਂ ਲੈ ਕੇ ਆਏ ਆ ਉਹ ਉਹਨਾਂ ਦੇ ਉੱਤੇ ਅੱਜ ਦੇ ਬਜਟ ਦਾ ਕੋਈ ਫਰਕ ਪਏਗਾ? ਬਿਲਕੁਲ ਕੋਈ ਫਰਕ ਨਹੀਂ ਪਏਗਾ, ਕਿਉਂਕਿ ਉਹਦੇ ਬਾਰੇ ਸਰਕਾਰ ਬਿਲਕੁਲ ਚੁੱਪ ਹੈ। ਔਰ ਜਿਹੜਾ ਫਾਈਨਾਂਸ ਮਿਨਿਸਟਰ ਹੈ ਉਹਦੇ ਬਾਰੇ ਉਹਦੇ ਵਿੱਚ ਕੋਈ ਗੱਲ ਜਿਹੜੀ ਨਹੀਂ ਕੀਤੀ ਗਈ। ਹਾਂ, ਫਾਈਨਾਂਸ ਮਿਨਿਸਟਰ ਨੇ ਇੱਕ ਗੱਲ ਜ਼ਰੂਰ ਕੀਤੀ ਹੈ ਕਿ ਜਿਹੜੇ ਸਟੈਟਿਸਟਿਕਸ ਨੇ ਉਹਨਾਂ ਦੇ ਰਾਹੀਂ ਦੱਸ ਕੇ ਕਿ ਇੰਨਾ ਵਧਾਤਾ ਹੈ कि ਜਿਹੜੇ ਤੁਸੀਂ ਹੁਣ ਗੱਲ ਕਰ ਰਹੇ ਸੀ ਨਾ 75000 ਕਰੋੜ ਜਾਂ 1 ਲੱਖ ਕਰੋੜ ਰੁਪਈਆ ਰੱਖਿਆ ਨਹੀਂ ਹੈ। ਇਹ ਦੋਨਾਂ ਦੱਸਿਆ ਕਿ ਜਿਹੜਾ ਪਿਛਲੇ ਸਾਲ ਦੇ ਵਿੱਚ ਪਰਚੇਜ਼ਸ ਕੀਤੀਆਂ ਗਈਆਂ ਨੇ ਉਹਦੇ ਤੇ ਖਰਚ ਕੀਤਾ ਗਿਆ। ਇਹ ਤਾਂ ਇਹਦੇ ਵਿੱਚ ਤੇ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਸੀਗਾ ਕਿ ਜੇ ਮੈਂ ਥੋੜਾ ਜਿਹਾ ਐਡ ਕਰਵਾਉਣਾ ਤੁਹਾਡੇ ਤੋਂ, ਮੈਂ ਇੱਕ ਛੋਟਾ ਜਿਹਾ ਸਵਾਲ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇਹਨੂੰ ਖੇਤੀ ਕਾਨੂੰਨਾਂ ਦੇ ਵੱਲ ਇੱਕ ਵਧਦਾ ਹੋਇਆ ਕਦਮ ਸਮਝਿਆ ਜਾਵੇ। ਈ-ਨਾਮ ਕੰਪਨੀਆਂ ਸੌਰੀ ਮੰਡੀਜ਼ ਜਿਹੜੀਆਂ ਹੈਗੀਆਂ ਜਿਸ ਦਾ ਜ਼ਿਕਰ ਹੋ ਰਿਹਾ ਜੀ, ਨਹੀਂ ਸਰਕਾਰ ਤਾਂ ਇਹੀ ਕਹਿੰਦੀ ਹੈ ਕਿ ਖੇਤੀ ਕਾਨੂੰਨਾਂ ਦੇ ਨਾਲ ਇੰਪੈਕਟ ਤਾਂ ਹੀ ਹੋਏਗਾ, ਉਸ ਵੱਲ ਕਦਮ ਸਮਝਿਆ ਜਾਵੇ। ਮੈਂ ਈ ਨੈਮ ਬਾਰੇ ਥੋੜਾ ਜਿਹਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਈ ਨੈਮ ਦਾ ਮਤਲਬ ਹੈ ਜਿਸ ਤਰੀਕੇ ਦੇ ਨਾਲ ਅੱਜ ਆਪਾਂ ਬੈਠ ਕੇ ਐਜ਼ ਏ ਕੰਜ਼ਿਊਮਰ ਤੁਸੀਂ ਐਮਾਜ਼ੋਨ ਤੋਂ ਖਰੀਦ ਰਹੇ ਹੋ ਜਾਂ ਦੂਜੀਆਂ ਤੋਂ ਫਲਿੱਪਕਾਰਟ ਤੋਂ ਖਰੀਦ ਰਹੇ ਹੋ, ਇਹ ਈ ਨੈਮ ਦਾ ਮਤਲਬ ਹੈ ਕਿ ਜਿਹੜਾ ਪ੍ਰੋਡਿਊਸਰ ਆ, ਫਾਰਮਰ ਆ, ਉਹ ਵੀ ਆ ਜਾਏਗਾ ਤੇ ਜਿਹੜਾ ਉਹਨੂੰ ਆਪਣਾ ਚੀਜ਼ ਵੈਬ ਤੇ ਪਾਏਗਾ ਤੇ ਜਿਹੜਾ परचेजर है वो भी आएगा तो डायरैक्टली बेच सकेगा। ये चीज़ां जिहड़ियां वा तादी पॉसीबल ने जे साडा फार्मर उन्नी पढ़िया लिखिया होवे, उन्नी अवेयरनैस होवे, उन्ना उहदे कोल इंफ्रास्ट्रक्चर होवे कि वो चीज़ां जिहड़ियां ने अपनियां बेच सके, उहदे कोल सारा सिस्टम होवे कि उन्हें अपनी चीज़ जिहड़ी है गाहक तक किस तरह पहुँचाउणी है। वो जिहड़ा पॉसीबल नहीं है जिस तरह का स्ट्रक्चर साडा एग्रीकल्चर का है, जिस तरह के मतलब साडे फार्मर्स ने। ਤੁਸੀਂ ਦੇਖੋ ਜਦ ਤੁਹਾਨੂੰ ਯਾਦ ਹੋਵੇ ਗੌਰਵ ਜੀ, ਜਦੋਂ ਸਾਲ 1.5 ਸਾਲ ਪਹਿਲਾਂ ਪੂਨੇ ਤੋਂ ਬੰਬੇ ਤੱਕ ਫਾਰਮਰਸ ਨੇ ਮਾਰਚ ਕੀਤਾ ਸੀ, ਉਹਨਾਂ ਫਾਰਮਰਸ ਦੇ ਪੈਰਾਂ ਤੇ ਆਪਣਾ ਚੱਪਲ ਵੀ ਹੈ ਨਹੀਂ ਸੀ, ਜੁੱਤੀ ਵੀ ਹੈ ਨਹੀਂ ਸੀ, ਔਰ ਉਹਨਾਂ ਫਾਰਮਰਸ ਤੋਂ ਤੁਸੀਂ ਐਕਸਪੈਕਟ ਕਰ ਰਹੇ ਹੋ ਕਿ ਉਹ ਈ ਮਾਰਕੀਟਿੰਗ ਕਰਨਗੇ। ਸੋ ਸਾਨੂੰ ਮਤਲਬ ਇਹ ਵਿਖਾਵਾ ਜ਼ਰੂਰ ਹੈ ਬੜਾ ਕਿ ਅਸੀਂ ਮਤਲਬ ਇਹ ਵੱਡੇ ਲੈਵਲ ਤੇ ਕਰਤਾ, ਲੇਕਿਨ ਇਹਦਾ ਆਮ ਫਾਰਮਰ, ਆਮ ਜਿਹੜਾ ਸਾਡਾ ਕਿਸਾਨ ਹੈ ਉਹਦੇ ਤੇ ਕੋਈ ਅਸਰ ਹੋਣ ਵਾਲਾ ਨਹੀਂ ਹੈ। ठीक है सर, एक पाइपलाइन दे विच तां जरूर आपां कह सकते हैं कि एक पूरी योजना एक पाइपलाइन दे विच आ गई, इहदा इमीडिएट इफेक्ट ना होवे
क्योंकि डिजिटलाइजेशन हो रहा है आज तो 5 साल बाद 10 साल बाद शायद मोबाइल यूज करन या ई मंडियां का फर्क पै जाए, तो हो सकता है लेकिन ये मनोगे कि शायद 5 साल 10 साल बाद जाके उसका फायदा हो जाए। गौरव जी जे ये 3 बिल रहिंदे ने विड्रॉ नहीं हुंदे ते नाल ये आ जांदी है, ते ये फार्मर ते वैसे ही बेचारा जिहड़ा आउट ऑफ बिजनेस हो जाना है जी। कॉन्ट्रैक्ट फार्मिंग ਦੇ ਨਾਲ ਦੇਖੋ ਮੈਂ ਕਿਉਂਕਿ ਆਪਾਂ ਬਜਟ ਤੇ ਗੱਲ ਕਰ ਰਹੇ ਹਾਂ, ਇਹ ਦੋ ਬੜੀਆਂ ਇੰਪੋਰਟੈਂਟ ਗੱਲਾਂ ਨੇ ਹੋਰ ਇਹਦੇ ਨਾਲ ਜਿਹੜੀਆਂ ਕਿ ਕੀਤੀਆਂ ਜਾ ਸਕਦੀਆਂ ਹੈ, ਲੇਕਿਨ ਇਸ ਵੇਲੇ ਬਜਟ ਦੇ ਰਾਹੀਂ ਜਿਸ ਤਰ੍ਹਾਂ ਦਾ ਸਾਨੂੰ ਕੋਈ ਲੱਗਦਾ ਸੀਗਾ ਐਕਸਪੈਕਟੇਸ਼ਨ ਕਿ ਫਾਰਮਰਸ ਨੂੰ ਖੁਸ਼ ਕਰਨ ਦੀ ਕੋਈ ਕੋਸ਼ਿਸ਼ ਕੀਤੀ ਜਾਂਦੀ, ਉਹ ਨਹੀਂ ਹੈਗੀ ਇਹਦੇ ਵਿੱਚ। ਠੀਕ ਹੈ ਸਰ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਇਸ ਵਿਚਾਲੇ ਸਾਡੇ ਨਾਲ ਅਨਿਲ ਸ਼ਰਮਾ ਜੀ ਜੁੜ ਚੁੱਕੇ ਨੇ, ਅਰਥਸ਼ਾਸਤਰੀ ਨੇ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਅਨਿਲ ਜੀ, ਪਹਿਲਾ ਸਵਾਲ ਇਹੀ, ਕਿਉਂਕਿ ਜਦੋਂ ਵੀ ਬਜਟ ਆਉਣਾ ਹੁੰਦਾ ਨਾ ਤਾਂ ਉਸ ਤੋਂ ਪਹਿਲਾਂ ਲੋਕ ਬਹੁਤ ਸਾਰੀਆਂ ਉਮੀਦਾਂ ਲਗਾ ਕੇ ਬੈਠਦੇ ਨੇ, ਖਾਸ ਤੌਰ ਤੇ ਜਿਹੜੇ ITR ਹਰ ਸਾਲ ਭਰਦੇ ਨੇ, ਜਿਹੜੇ ਟੈਕਸ ਪੇਅਰਸ ਹੈਗੇ ਨੇ ਸਾਡੇ। ਇਸ ਵਾਰ ਲੱਗ ਰਿਹਾ ਕਿ ਉਹਨਾਂ ਦੇ ਹੱਥ ਨਿਰਾਸ਼ਾ ਹੀ ਲੱਗੀ, ਜਾਂ ਉਮੀਦ ਇਸ ਤਰ੍ਹਾਂ ਦੀ ਹੀ ਸੀ, ਕਿਉਂਕਿ ਇਹ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਡਿਡਕਸ਼ਨ ਨੂੰ ਵਧਾ ਦੇਣ ਜਾਂ 80C ਦੇ ਵਿੱਚ ਜਿਹੜੀ ਲਿਮਿਟ ਆ ਉਸ ਦੇ ਵਿੱਚ ਕੋਈ ਇਜ਼ਾਫਾ ਕਰ ਦੇਣ, ਤਾਂ ਉਹ ਵੈਸਾ ਕੁਝ ਨਜ਼ਰ ਨਹੀਂ ਆਇਆ। ਗੌਰਵ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਅਸੀਂ ਜੋ ਆਪਣਾ ਦੇਸ਼ ਪਿਛਲੇ 9 ਮਹੀਨਿਆਂ 'ਚ ਜਿਸ ਤਰ੍ਹਾਂ ਦੇ ਹਾਲਾਤ ਨਾਲ ਗੁਜ਼ਰਿਆ ਹੈ, ਉਸ ਨੂੰ ਦੇਖਦੇ ਹੋਏ ਲੋਕਾਂ ਦੀ ਉਮੀਦਾਂ ਬਹੁਤ ਵੱਧ ਗਈਆਂ ਸੀ ਬਜਟ ਤੋਂ, ਕਿ ਸ਼ਾਇਦ ਇਸ ਬਜਟ 'ਚ ਕੁਝ ਐਸਾ ਹੋਏਗਾ ਕਿ ਲੋਕਾਂ ਨੂੰ ਡਾਇਰੈਕਟ ਕੋਈ ਬੈਨੀਫਿਟ ਮਿਲਦਾ ਨਜ਼ਰ ਆਏਗਾ। ਲੇਕਿਨ ਅਗਰ ਅਸੀਂ ਇਨਕਮ ਟੈਕਸ ਦੀ ਗੱਲ ਕਰੀਏ ਤਾਂ ਇਨਕਮ ਟੈਕਸ ਵਿੱਚ ਐਸ ਸੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਲੈਬ ਨੂੰ ਚੇਂਜ ਨਹੀਂ ਕੀਤਾ ਗਿਆ, ਕੋਈ ਐਡੀਸ਼ਨਲ ਬੈਨੀਫਿਟ ਦਾ ਪ੍ਰਾਵਧਾਨ ਉਹ 'ਚ ਨਹੀਂ ਕੀਤਾ ਗਿਆ। ਸਿਰਫ ਔਰ ਸਿਰਫ ਅਗਰ ਕੁਝ ਰਿਲੀਫ ਅਗਰ ਮਿਲੀ ਹੈ ਤਾਂ ਸਾਡੇ ਸੀਨੀਅਰ ਸਿਟੀਜ਼ਨ ਜਿਹੜੇ ਕਿ 75 ਸਾਲ ਤੋਂ ਉੱਪਰ ਹੈ, ਉਹਨਾਂ ਦੀ ਅਗਰ ਪੈਨਸ਼ਨ ਤੋਂ ਇਨਕਮ ਹੈ ਔਰ ਇੰਟਰਸਟ ਔਰ ਬੈਂਕ ਤੋਂ ਇਨਕਮ ਹੈ ਤਾਂ ਉਹਨਾਂ ਨੂੰ ਟੈਕਸ ਫਾਈਲਿੰਗ ਦੀ ਯਾਨੀ ਕਿ ITR ਫਾਈਲ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਰਿਲੀਫ ਇੱਕ ਜ਼ਰੂਰ ਇਨਕਮ ਟੈਕਸ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਗਰ ਤੁਸੀਂ ਸੋਚੋ ਕਿ ਸਿੱਧਾ ਕੋਈ ਇੱਕ ਆਮ ਆਦਮੀ ਨੂੰ ਕੋਈ ਬੈਨੀਫਿਟ ਦਿੱਤਾ ਗਿਆ ਹੋਵੇ ਇਨਕਮ ਟੈਕਸ ਦੇ ਅੰਦਰ, ਐਸਾ ਕੋਈ ਵੀ ਚੀਜ਼ ਨਜ਼ਰ ਨਹੀਂ ਆਈ। ਨਾ ਹੀ ਕਈਆਂ ਨੂੰ ਇਹ ਉਮੀਦ ਸੀ ਕਿ ਸ਼ਾਇਦ 80C ਦੇ ਅੰਦਰ ਸਾਨੂੰ ਇਨਵੈਸਟਮੈਂਟ ਦੀ ਕੋਈ ਛੂਟ ਜ਼ਿਆਦਾ ਮਿਲ ਜਾਏਗੀ, ਜਾਂ 80C ਦੀ ਜਿਹੜੀ ਲਿਮਿਟ ਹੈ 1.5 ਲੱਖ ਰੁਪਏ ਦੀ, ਉਹ 3 ਲੱਖ ਤੱਕ ਚਲੀ ਜਾਏਗੀ। ਐਸਾ ਵੀ ਕੁਝ ਨਹੀਂ ਹੋਇਆ। ਲੇਕਿਨ ਮੈਂ ਇੱਕ ਚੀਜ਼ ਐਜ਼ ਐ ਇੰਡੀਵਿਜੂਅਲ ਇਹ ਜ਼ਰੂਰ ਮੰਨਦਾ ਕਿ ਇੱਕ ਵੱਡੀ ਰਿਲੀਫ ਜਿਹੜੀ ਹੈ ਉਹ ਇਹ ਕਿ ਪਹਿਲਾਂ ਲੋਕਾਂ ਦੇ ਮਾਈਂਡ 'ਚ ਇਹ ਵੀ ਸੀਗਾ ਤੇ ਸ਼ਾਇਦ ਕੋਈ ਕਰੋਨਾ ਸੈਸ ਨਾ ਲਗਾ ਦਿੱਤਾ ਜਾਵੇ, ਲੇਕਿਨ एक सुख दी न्यूज़ है कि गवर्नमेंट ने कोई एडिशनल टैक्स भी नहीं लगाया, यानी कि कोरोना सैस जड़ा है इस बजट से किते भी जिक्र नहीं होया, नहीं लगाया गया। तो एक रिलीफ का हो सकता नहीं था कि गवर्नमेंट की करती इधर सैस लगा देंदी, उधर तुहानूं एक रिलीफ देंदी, इधरों दिंदी उधरों ले लैंदी। तो इस करके ना गवर्नमेंट ने उधर कुछ किया तो ना गवर्नमेंट ने उधर किया। तो डायरैक्टली और नैट शैल यही है कि इनकम टैक्स एक आम आदमी वास्ते कोई भी सहूलत या कोई भी एडिशनल बेनीफिट नज़र नहीं आ रहा। ठीक है सर, मैं एक और चीज जाननी चाहना, क्योंकि इस समय बहुत उसकी गल हो रही है जी एग्री इंफ्रास्ट्रक्चर डेवलपमेंट सैस लगाया गया है। यह कहा जा रहा है कि सीधा डायरैक्टली पेट्रोल डीजल के उत्ते है तो उसके नाल पेट्रोल डीजल के रेट के उत्ते असर आ सकता ना, कि यह अजे क्लीयर नहीं हो पा रहा, कि क्योंकि यह भी कहा जा रहा है कि शायद उसके उपर डायरैक्टली इंपैक्ट ना करे, यानी कि आम लोगों को दिक्कत ना हो। इस बारे जेकर थोड़ी जी पिक्चर क्लीयर कर सको, क्योंकि इस समय तो सोशल मीडिया में देख रहे हैं कि 2.5 रुपए तक पेट्रोल महंगा हो जाएगा या 4 रुपए तक डीजल महंगा हो जाएगा। बहुत सारी इस समय क्या असराइयां चल रही हैं। गौरव जी, ये जब तक गवर्नमेंट वालों कोई नोटिफिकेशन नहीं आती उस तो पहला कुछ भी ये बयान करना थोड़ा मुश्किल हो जाता। लेकिन अगर ये सैस जो लगाया गया है और अगर डीजल पेट्रोल तो लगता है, देखो डीजल पेट्रोल तो किसी तरह का भी सैस या डीजल पेट्रोल का रेट ਵਧਣਾ अपने आप च इकोनॉमी ਨੂੰ बहुत ਵੱਡੀ ਮਾਰ ਮਾਰਦਾ है, क्योंकि डीजल पेट्रोल के ਵਧਣ ਨਾਲ ਤੁਹਾਡਾ ਫਰੇਟ ਵੱਧ ਜਾਂਦਾ ਹੈ। ਫਰੇਟ ਵਧਣ ਦੇ ਨਾਲ ਤੁਹਾਡੀ ਸਾਰੀ ਟਰਾਂਸਪੋਰਟੇਸ਼ਨ ਦੀ ਕਾਸਟ ਵੱਧ ਜਾਂਦੀ ਹੈ ਔਰ ਸਾਰੇ ਆਈਟਮ ਦੀ ਕਾਸਟ ਵੱਧ ਜਾਂਦੀ ਹੈ। ਔਰ ਅਗਰ ਤੁਹਾਨੂੰ ਯਾਦ ਹੋਵੇ ਜਦੋਂ ਕਰੋਨਾ ਪੀਰੀਅਡ ਟੌਪ ਤੇ ਚੱਲ ਰਿਹਾ ਸੀਗਾ ਅਪ੍ਰੈਲ ਮਈ ਜੂਨ ਦੇ ਅੰਦਰ, ਇੰਟਰਨੈਸ਼ਨਲ ਮਾਰਕੀਟ 'ਚ ਪ੍ਰਾਈਸਿਸ ਘਟ ਰਹੇ ਸੀਗੇ, ਡੀਜ਼ਲ ਪੈਟਰੋਲ ਦੇ ਪ੍ਰਾਈਸ ਬਹੁਤ ਨੀਚੇ ਆ ਗਏ ਸੀ ਕਰੂਡ ਆਇਲ ਦੇ, ਲੇਕਿਨ ਸਾਡੀ ਭਾਰਤ ਸਰਕਾਰ ਨੇ ਉਹ ਡੀਜ਼ਲ ਪੈਟਰੋਲ ਦੇ ਪ੍ਰਾਈਸਿਸ ਉਸ ਪ੍ਰਪੋਰਸ਼ਨ 'ਚ ਰਿਡਿਊਸ ਨਹੀਂ ਕੀਤੇ ਸੀਗੇ। ਯਾਨੀ ਕਿ ਗਵਰਨਮੈਂਟ ਨੇ ਇੱਕ ਅੱਛਾ ਖਾਸਾ ਕੁਸ਼ਨ ਆਪਣੇ ਵਾਸਤੇ ਤਿਆਰ ਕਰ ਲਿਆ ਸੀ ਤਾਂ ਕਿ ਫਿਊਚਰ 'ਚ ਕਿਤੇ ਕੰਮ ਆਏਗਾ। तो मेरा मानना यह है कि जे सरकार ने पॉलिसी बनाई सी उस टाइम तक कि उन्होंने प्राइजेस उस प्रोपोर्शन से रिड्यूस नहीं किए सीगे, तो इस वक्त आके किसी भी तरह का सैस लगाना या किसी भी तरह का डीजल पेट्रोल दी प्राइस नूं वधाना, क्योंकि पब्लिक या आम आदमी जिहड़ा है इकोनॉमिक कंडीशन के नाल बहुते लोगों दी नौकरियां चली गई, बहुते लोगों को रोज़गार नहीं हैगा। ऐसी सिचुएशन च अगर डीजल पेट्रोल के उत्ते चाहे किसी भी तरीके का प्राइस वधाना या किसी भी तरीके का सैस लगाना इकोनॉमी ਨੂੰ ਐਡਵਰਸ ਇਫੈਕਟ ਕਰੇਗਾ, ਉਹ ਮੇਰੇ ਹਿਸਾਬ ਨਾਲ ਨਹੀਂ ਹੋਣਾ ਚਾਹੀਦਾ। जी
ਠੀਕ ਹੈ, ਅਸੀਂ ਮੈਂ ਤੁਹਾਡੇ ਕੋਲ ਵਾਪਸ ਆਉਂਗਾ ਸਰ। ਬਹੁਤ ਸਾਰੇ ਪੁਆਇੰਟਸ ਨੇ ਜਿਨ੍ਹਾਂ ਦੇ ਉੱਤੇ ਤੁਹਾਡਾ ਸਾਨੂੰ ਕਮੈਂਟ ਜ਼ਰੂਰ ਚਾਹੀਦਾ ਹੋਏਗਾ, ਤਾਂ ਕਿ ਲੋਕਾਂ ਨੂੰ ਸੌਖੇ ਸ਼ਬਦਾਂ ਦੇ ਵਿੱਚ ਸਮਝ ਆਏ ਕਿ ਬਜਟ ਦੇ ਵਿੱਚ ਕੀ ਮਿਲਿਆ ਉਹਨਾਂ ਨੂੰ ਜਾਂ ਕੀ ਨਹੀਂ ਮਿਲਿਆ। ਢਿੱਲੋਂ ਸਾਹਿਬ ਸਾਡੇ ਨਾਲ ਲਗਾਤਾਰ ਨੇ ਸਰ। ਮੈਂ ਇੱਕ ਪੁਆਇੰਟ ਦੇ ਉੱਤੇ, ਕਿਉਂਕਿ ਐਗਰੀਕਲਚਰ ਦੇ ਪੂਰੇ ਪੁਆਇੰਟਸ ਦੇ ਉੱਤੇ ਤੁਸੀਂ ਜ਼ਿਕਰ ਕਰ ਰਹੇ ਹੋ, ਇਨਫੋਰਮੇਸ਼ਨ ਇਹ ਵੀ ਨਿਕਲ ਕੇ ਬਜਟ ਸਪੀਚ ਦੇ ਵਿੱਚੋਂ ਆਈ ਕਿ ਸਰਕਾਰ ਦੇ ਵੱਲੋਂ 22 ਹੋਰ ਫਸਲਾਂ ਦੇ ਇੰਪੋਰਟ ਨੂੰ ਜਿਹੜਾ ਹੈਗਾ ਉਸ ਦੇ ਵਿੱਚ ਸ਼ਾਮਲ ਕੀਤਾ ਜਾਏਗਾ। ਇਹ ਜ਼ਿਕਰ ਹੋ ਰਿਹਾ ਹੈ। ਇੰਪੈਕਟ ਆ ਸਕਦਾ ਹੈ ਕਿ ਜੇਕਰ ਇੰਪੋਰਟ ਮਾਫੀ ਚਾਹੂੰਗਾ ਐਕਸਪੋਰਟ ਜੇਕਰ ਖੋਲਿਆ ਜਾਂਦਾ ਹੈ ਤਾਂ ਐਕਸਪੋਰਟ ਬਿਲਕੁਲ ਸਰ, ਮੈਂ ਐਕਸਪੋਰਟ ਇੰਪੋਰਟ ਕਹਿ ਰਿਹਾ ਸੀ ਕਿ ਐਕਸਪੋਰਟ ਜੇਕਰ ਖੋਲਿਆ ਜਾਂਦਾ ਤਾਂ ਉਸ ਦਾ ਫਾਇਦਾ ਕਿਸਾਨਾਂ ਤੱਕ ਕਿਸੇ ਤਰੀਕੇ ਨਾਲ ਪਹੁੰਚੇ। ਦੇਖੋ ਜਿਹੜੀਆਂ ਚੀਜ਼ਾਂ ਐਕਸਪੋਰਟ ਚੀਜ਼ ਹੋ ਰਹੀ ਹੈ ਕਰਦੇ ਆ ਅਸੀਂ, ਅਗਰ ਮਤਲਬ ਜਿਹੜੀ ਸਰਕਾਰ ਕੋਸਟ ਪਲੱਸ 50% ਦਾ ਪ੍ਰਾਈਸ ਦੇ ਰਹੀ ਹੈ ਆਲਰੇਡੀ, ਉਹ ਹੋਰ ਫਸਲਾਂ ਦੇ ਉੱਤੇ ਵੀ ਐਕਸਟੈਂਡ ਕੀਤਾ ਜਾਏਗਾ ਤੇ ਪਲੱਸ ਇਸ ਤਰ੍ਹਾਂ ਦੇ ਜਿਹੜਾ ਇੰਪੋਰਟ ਜਾਂ ਐਕਸਪੋਰਟ ਦੇ ਅੰਦਰ ਕੁਝ ਹਾਂਜੀ ਗੌਰਵ ਜੀ, ਤੁਸੀਂ ਮੇਰੇ ਨਾਲ ਇਸ ਬਜਟ ਦੇ ਅੰਦਰ ਮੈਂ ਇਹਦਾ ਇੰਪੈਕਟ ਅਨਿਲ ਜੀ ਤੁਹਾਡੇ ਕੋਲ ਆ ਰਹੇ, ਮੈਂ ਢਿੱਲੋਂ ਸਾਹਿਬ ਤੋਂ ਸਵਾਲ ਕੀਤਾ ਸੀ, ਤੁਸੀਂ ਐਡ ਉਹਨਾਂ ਨੇ ਕੀਤਾ ਕੁਝ? ਹਾਂਜੀ ਸੌਰੀ ਜੀ, ਮੈਂ ਇਹ ਕਹਿ ਰਿਹਾ ਕਿ ਜਦੋਂ ਵੀ ਢਿੱਲੋਂ ਸਾਹਿਬ ਇਸ ਦੇ ਉੱਤੇ ਕੁਝ ਕਹਿ ਰਹੇ। ਹਾਂਜੀ, ਜਦੋਂ ਵੀ ਕੋਈ ਚੀਜ਼ ਐਕਸਪੋਰਟ ਜਿੰਨਾ ਚੀਜ਼ਾਂ ਦਾ ਵਾਧਾ ਹੈ ਤੇ ਡੈਫੀਨੇਟਲੀ ਜਿਹੜੀ ਮਾਰਕੀਟ ਹੈ ਉਹਦੇ ਵਿੱਚ ਇਫੈਕਟ ਤੇ ਜ਼ਰੂਰ ਹੋਏਗਾ, ਕਿਉਂਕਿ ਇਹ ਮਤਲਬ ਡਿਮਾਂਡ ਸਪਲਾਈ ਦੀ ਅਗਰ ਆਪਾਂ ਗੱਲ ਕਰੀਏ ਤਾਂ ਡੈਫੀਨੇਟਲੀ ਉਹ ਫਸਲਾਂ ਜਿਹੜੀਆਂ ਐਕਸਪੋਰਟ ਵੱਲ ਅਸੀਂ ਲੈ ਕੇ ਜਾ ਰਹੇ ਹਾਂ ਉਹਨਾਂ ਦੇ ਪ੍ਰਾਈਸਿਸ ਵਧਣਗੇ। ਹੁਣ ਸਵਾਲ ਇਹ ਹੈ ਕਿ ਕੀ ਉਹ ਬੈਨੀਫਿਟ ਫਾਰਮਰਸ ਤੱਕ ਟ੍ਰਿਕਲ ਡਾਊਨ ਹੋਏਗਾ ਕਿ ਇਕਨੋਮੀ ਦੇ ਵਿੱਚ ਪ੍ਰਾਈਸਿਸ ਵੱਧ ਜਾਣਗੀਆਂ ਤੇ ਕੰਜ਼ਿਊਮਰ ਨੂੰ ਜ਼ਿਆਦਾ ਪੇ ਕਰਨਾ ਪਏਗਾ। ਜਿਸ ਤਰ੍ਹਾਂ ਤੁਸੀਂ ਅਨੀਅਨਸ ਨੂੰ ਲਓ ਕਿ ਜਦੋਂ ਕਿ ਸਰਕਾਰ ਐਕਸਪੋਰਟ ਜ਼ਿਆਦਾ ਕਰਦੀ ਹੈ ਤੇ ਮਾਰਕੀਟ ਡੋਮੈਸਟਿਕ ਪ੍ਰਾਈਸਿਸ ਵੱਧ ਜਾਂਦੀਆਂ ਤੇ ਕੰਜ਼ਿਊਮਰ ਨੂੰ ਜ਼ਿਆਦਾ ਪੇ ਕਰਨਾ ਪੈਂਦਾ ਹੈ ਤੇ ਫਾਰਮਰ ਨੂੰ ਉਹਨਾਂ ਫਾਇਦਾ ਨਹੀਂ ਹੁੰਦਾ। ਕਿਉਂਕਿ ਇਹ ਦੇਖੋ ਐਗਰੀਕਲਚਰ ਬਾਰੇ ਗੌਰਵ ਜੀ ਇੱਕ ਚੀਜ਼ ਹਮੇਸ਼ਾ ਹੀ ਸਾਨੂੰ ਆਪਣੇ ਧਿਆਨ 'ਚ ਰੱਖਣੀ ਚਾਹੀਦੀ ਆ ਕਿ ਐਗਰੀਕਲਚਰ ਦੀ ਜਿਹੜੀ ਪ੍ਰੋਡਕਟ ਆ, ਜਿਹੜੀ ਪ੍ਰੋਡਿਊਸ ਆ, ਉਹ ਇੱਕ ਸਮੇਂ ਆਉਂਦੀ ਇਕੱਠੀ ਆਉਂਦੀ ਹੈ ਕਿਉਂਕਿ ਨੇਚਰ ਬੇਸਡ ਆ। ਸੋ ਇਸ ਕਰਕੇ ਸਵਾਲ ਹੈ ਕਿ ਜਿਹੜੇ ਵੀ ਅਸੀਂ ਐਕਸਪੋਰਟ ਕਮੋਡਿਟੀਜ਼ ਦਾ ਕਰਦੇ ਆ, ਜੇ ਉਹਦੀ ਬਾਹਰ ਮਾਰਕੀਟ ਜ਼ਿਆਦਾ ਹੈ ਤੇ ਉਹ ਅਗਰ ਜਿਹੜਾ ਪ੍ਰਾਈਸਿਸ ਹੈ ਉਹ ਟ੍ਰਿਕਲ ਡਾਊਨ ਹੁੰਦਾ ਹੈ ਫਾਰਮਰ ਤੱਕ ਤੇ ਡੈਫੀਨੇਟਲੀ ਉਹਦਾ ਐਡਵਾਂਟੇਜ ਫਾਰਮਰਸ ਨੂੰ ਜਾਏਗਾ। ਲੇਕਿਨ ਇਹ ਕਿਉਂਕਿ ਪ੍ਰਾਈਵੇਟ ਹੱਥਾਂ ਦੇ ਵਿੱਚ ਹੈ, ਉਹਦਾ ਕਿੰਨਾ ਫਾਇਦਾ ਹੋਏਗਾ ਇਹਦੇ ਬਾਰੇ ਕਹਿਣਾ ਬੜਾ ਮੁਸ਼ਕਲ ਹੈ। ਖਾਸ ਕਰਕੇ ਜਿਸ ਤਰ੍ਹਾਂ ਬਾਸਮਤੀ ਦੇ ਵਿੱਚ ਆਪਾਂ ਕਰੀਏ, ਪੰਜਾਬ ਤੇ ਹਰਿਆਣਾ JNK ਦੇ ਵਿੱਚ ਬਾਸਮਤੀ ਰਾਈਸ ਜਿਹੜਾ ਵਾ ਉਹ ਆਪਣੇ ਕੋਈ ਜੀਓਗ੍ਰਾਫਿਕਲ ਇੰਡੀਕੇਸ਼ਨਸ ਨੇ ਆਪਣਾ ਤੇ ਉਹ ਐਕਸਪੋਰਟ ਹੁੰਦਾ ਹੈ ਤੇ ਬਾਸਮਤੀ ਦੀਆਂ ਪ੍ਰਾਈਸਿਸ ਜਿਹੜੀਆਂ ਨੇ ਉਹ ਜ਼ਿਆਦਾ ਹੁੰਦੀਆਂ। ਲੇਕਿਨ ਪਿਛਲੇ ਸਮੇਂ ਤੋਂ ਦੇਖਿਆ ਹੈ ਕਿ ਉਹ ਜਿਹੜਾ ਬੈਨੀਫਿਟ ਆ ਐਕਸਪੋਰਟ ਦਾ ਉਹ ਜਿਹੜੇ ਫਾਰਮਰਸ ਬਾਸਮਤੀ ਪ੍ਰੋਡਿਊਸ ਕਰਦੇ ਉਹਨਾਂ ਨੂੰ ਉਹਨਾਂ ਨਹੀਂ ਹੋ ਰਿਹਾ ਕਿਉਂਕਿ ਪ੍ਰਾਈਸਿਸ ਉਸ ਹਿਸਾਬ ਦੇ ਨਾਲ ਬੜੀਆਂ ਘਟ ਰਹੀਆਂ ਨੇ। ਸੋ ਇਹ ਡਿਪੈਂਡ ਕਰਦਾ ਹੈ ਕਿ ਮਾਰਕੀਟ ਕਿਸ ਤਰੀਕੇ ਦੇ ਨਾਲ ਕਰਦੀ ਹੈ, ਕੀ ਗਵਰਨਮੈਂਟ ਉਹਦੇ ਵਿੱਚ ਸਪੋਰਟ ਕਰਦੀ ਹੈ। ਪਰ ਇਹ ਠੀਕ ਹੈ ਕਿ ਅਗਰ ਆਪਣੇ ਕੋਲ ਸਰਪਲਸ ਹੈ ਜਿੰਨਾ ਕਮੋਡਿਟੀਜ਼ ਦਾ ਤੇ ਉਹਨੂੰ ਐਕਸਪੋਰਟ ਕਰਨ ਦੇ ਨਾਲ ਜਿਹੜਾ ਹੈ ਉਹ ਈਜ਼ ਆਊਟ ਜ਼ਰੂਰ ਹੋਏਗਾ। ਬਿਲਕੁਲ ਸਰ, ਉਹੀ ਪੁਆਇੰਟ ਆ ਗਿਆ ਕਿ ਹੁਣ ਸਰਕਾਰ ਕਿਵੇਂ ਹੈਂਡਲ ਕਰਦੀ ਹੈ ਇਸ ਪੂਰੇ ਐਕਸਪੋਰਟ ਨੂੰ, ਕਿਉਂਕਿ ਜੇਕਰ ਐਕਸਪੋਰਟ ਹੁੰਦਾ, ਤੁਸੀਂ ਅਨੀਅਨ ਦਾ ਜ਼ਿਕਰ ਕਰ ਦਿੱਤਾ, ਪਿਆਜ਼ ਦੀਆਂ ਕੀਮਤਾਂ ਅਸੀਂ ਦੇਖਦੇ ਹਾਂ ਤੇ ਉਸ ਤੋਂ ਬਾਅਦ ਐਕਸਪੋਰਟ ਦੇ ਉੱਤੇ ਰੋਕ ਲਗਾ ਦਿੱਤੀ ਜਾਂਦੀ ਹੈ ਕੁਝ ਟਾਈਮ ਦੇ ਲਈ ਆਰਜ਼ੀ ਤੌਰ ਦੇ ਉੱਤੇ। ਅਨਿਲ ਜੀ ਕੁਝ ਕਹਿਣਾ ਚਾਹ ਰਹੇ ਸੀ ਸਰ ਤੁਸੀਂ ਇਸ ਪੂਰੇ ਇਸ਼ੂ ਦੇ ਉੱਤੇ? ਗੌਰਵ ਜੀ, ਮੈਂ ਇਹੀ ਕਹਿਣਾ ਚਾਹ ਰਿਹਾ ਸੀਗਾ ਕਿ ਐਕਸਪੋਰਟ ਹੋਵੇ ਜਾਂ ਇੰਪੋਰਟ ਹੋਵੇ ਜਾਂ ਲੋਕਲ ਮਾਰਕੀਟ ਦੀ ਡਿਵੈਲਪਮੈਂਟ ਹੋਵੇ, ਖਾਸ ਕਰਕੇ ਐਗਰੀਕਲਚਰ ਪ੍ਰੋਡਿਊਸ ਨੂੰ ਲੈ ਕੇ, ਤੇ ਹੁਣ ਤੱਕ ਅਸੀਂ ਇਹ ਦੇਖਿਆ ਗਿਆ ਹੈ ਕਿ ਜੇ ਆਪਾਂ ਟੀ ਪਲਾਂਟਸ ਦੀ ਗੱਲ ਕਰੀਏ ਜਾਂ ਵੀ ਕਾਫੀ ਇੰਡਸਟਰੀ ਦੀ ਗੱਲ ਕਰੀਏ ਤੇ ਇੱਕ ਪਿੱਛੇ ਰਿਪੋਰਟ ਆਈ ਸੀ, ਉਹ ਕਹਿੰਦੀ ਸੀ ਕਿ ਕਾਫੀ ਦੇ ਅੰਦਰ ਅਸੀਂ ਜਿਹੜਾ ਇੱਕ ਕੱਪ ਕਾਫੀ ਦਾ ਪੀਂਦੇ ਆ ਜਿਹਦੀ ਅਸੀਂ ਪ੍ਰਾਈਸ 250 ਰੁਪਏ ਜਾਂ 150 ਰੁਪਏ ਪੇ ਕਰਦੇ ਆ, ਇਸ ਸਾਰੀ ਚੇਨ ਸਪਲਾਈ ਦੇ ਅੰਦਰ ਫਾਰਮਰ ਨੂੰ ਉਸ ਇੱਕ ਕੱਪ ਦੇ ਪਿੱਛੇ 1 ਰੁਪਿਆ ਮਿਲਦਾ ਹੈ। ਤੇ ਉਹੀ ਗੱਲ ਜਿਹੜੇ ਮੇਰੇ ਦੂਜੇ ਸਾਥੀ ਨਾਲ ਕਹਿ ਰਹੇ ਹੈ ਕਿ ਇਹ ਦੇਖਣਾ ਪਏਗਾ ਕਿ ਅਗਰ ਐਕਸਪੋਰਟ ਹੁੰਦਾ ਜਾਂ ਪ੍ਰਾਈਸ ਇਨਕਰੀਜ਼ ਹੁੰਦਾ ਹੈ, ਉਹਦੇ 'ਚ ਉਹ ਟ੍ਰੇਡਰ ਜਿਹੜਾ ਵਿਚਲਾ ਬੰਦਾ ਹੈ ਜਿਹੜਾ ਉਹੀ ਪੈਸਾ ਕਮਾ ਰਿਹਾ ਜਾਂ ਉਹਦਾ ਐਕਚੁਅਲ ਬੈਨੀਫਿਟ ਫਾਰਮਰ ਨੂੰ ਵੀ ਮਿਲ ਰਿਹਾ ਕਿ ਨਹੀਂ ਮਿਲ ਰਿਹਾ, ਉਹ ਇੱਕ ਬਹੁਤ ਵੱਡਾ ਚੈਲੰਜ ਹਮੇਸ਼ਾ ਬਣਿਆ ਰਿਹਾ, ਜਿਸ ਕਰਕੇ ਐਗਰੀਨ ਕ੍ਰਾਈਸਿਸ ਹਮੇਸ਼ਾ ਇਸ ਦੇਸ਼ ਦੇ ਉੱਤੇ ਰਿਹਾ ਹੈ। ਇਸੇ ਕਰਕੇ ਫਾਰਮਰ ਵੀ ਜਿਹੜੇ ਪ੍ਰੋਟੈਸਟ ਵਿੱਚ ਬੈਠੇ ਹੋਏ ਨੇ। ਤੇ ਕਹਿਣ ਦਾ ਮਤਲਬ ਮੇਰਾ ਇਹੀ ਹੈ ਕਿ ਵੀ ਜਿਹੜਾ ਐਕਚੁਅਲ ਪ੍ਰੋਡਿਊਸਰ ਹੈ ਯਾਨੀ ਕਿ ਫਾਰਮਰ, ਉਸ ਫਾਰਮਰ ਨੂੰ ਪੈਸਾ ਉਹਦੀ ਲਾਗਤ ਦਾ ਮਿਲੇ। ਜਿਹੜੀ ਸਰਕਾਰ ਨੇ ਅੱਜ ਵੀ ਬਜਟ 'ਚ ਗੱਲ ਕੀਤੀ ਹੈ ਕਿ ਕੋਸਟ ਪਲੱਸ 50% ਜਿਹੜਾ ਪ੍ਰਾਈਸ ਹੈ ਅਸੀਂ ਦੇ ਰਹੇ ਹਾਂ ਔਰ ਅਸੀਂ ਫਰਦਰ ਕੁਝ ਹੋਰ ਕ੍ਰੌਪਸ ਦੇ ਉੱਤੇ ਵੀ ਦੇਵਾਂਗੇ। ਅਬ ਇੱਥੇ ਹੁਣ ਬੇਸਿਕ ਕੁਐਸਚਨ ਇਹੀ ਹੈ ਕਿ ਜਿਹੜਾ ਕੋਸਟ ਪਲੱਸ 50% ਦਾ ਗਵਰਨਮੈਂਟ ਗੱਲ ਕਰ ਰਹੀ ਹੈ ਜਾਂ MSP ਦੀ ਜਿਹੜੀ ਗੱਲ ਕਰ ਰਹੀ ਹੈ, ਕਿਆ ਹੈ MSP ਦਾ ਰੇਟ ਜਿਹੜਾ ਕੈਲਕੂਲੇਟ ਹੁੰਦਾ ਉਹ ਸਹੀ ਤਰੀਕੇ 'ਚ ਹੋ ਰਿਹਾ ਕਿ ਨਹੀਂ ਹੋ ਰਿਹਾ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦੇ ਕੇ ਗੱਲ ਕਰਾਂਗਾ ਕਿ ਜਦੋਂ ਅਸੀਂ ਇੰਡਸਟਰੀ ਦੇ ਅੰਦਰ ਕੋਈ ਪ੍ਰੋਡਕਟ ਲਗਾਉਂਦੇ ਹਾਂ ਤੇ ਜਦੋਂ ਵੀ ਕੋਈ ਪ੍ਰਮੋਟਰ ਆਪਣਾ ਕੁਝ ਵੀ ਕੈਪੀਟਲ ਜਾਂ ਆਪਣਾ ਕੋਈ ਐਸੈਟ ਇੰਡਸਟਰੀ ਦੇ ਵਿੱਚ ਲੈ ਕੇ ਆਂਦਾ ਬਿਜ਼ਨਸ ਕਰਨ ਵਾਸਤੇ,
ਉਹਦੇ ਦੀ ਜਿੰਨੀ ਵੀ ਉਹਦੀ ਇਨਵੈਸਟਮੈਂਟ ਹੁੰਦੀ ਹੈ ਉਸ ਦੇ ਉੱਤੇ, ਉਹ ਉਸ ਇਨਵੈਸਟਮੈਂਟ ਦੇ ਉੱਤੇ ਆਪਣਾ ਰੇਟ ਆਫ ਇੰਟਰਸਟ ਚਾਰਜ ਕਰਦਾ ਹੈ ਔਰ ਉਹ ਰੇਟ ਆਫ ਇੰਟਰਸਟ ਉਸ ਪ੍ਰੋਡਕਟ ਦਾ ਕੋਸਟ ਬਣਦਾ ਹੈ। ਲੇਕਿਨ ਐਗਰੀਕਲਚਰ ਦੇ ਅੰਦਰ ਐਸਾ ਨਹੀਂ ਹੈ ਕਿ ਜਿਹੜਾ ਫਾਰਮਰ ਆਪਣੀ ਲੈਂਡ ਤੇ ਐਗਰੀਕਲਚਰ ਪ੍ਰੋਡਿਊਸ ਕਰਦਾ ਹੈ ਤੇ ਜਿਹੜਾ ਗਵਰਨਮੈਂਟ ਦਾ ਪ੍ਰਾਈਸ ਕੈਲਕੂਲੇਸ਼ਨ ਦਾ ਤਰੀਕਾ ਹੈ ਉਹਦੇ ਵਿੱਚ ਉਹ ਲੈਂਡ ਦੀ ਜਿਹੜੀ ਲੀਜ਼ ਵੈਲਿਊ ਹੈ ਜਾਂ ਲੀਜ਼ ਰੈਂਟ ਹੈ ਜਾਂ ਰੈਂਟਲ ਲੀਜ਼ ਹੈ ਉਸ ਨੂੰ ਕੰਸੀਡਰ ਨਹੀਂ ਕੀਤਾ ਜਾਂਦਾ। ਇਸ ਕਰਕੇ ਉਹਦੀ ਜਿਹੜੀ ਪ੍ਰੋਡਿਊਸ ਹੈ ਉਹ ਵਾਇਬਲ ਨਹੀਂ ਹੋ ਪਾਉਂਦੀ ਔਰ ਘਾਟੇ ਦਾ ਸੌਦਾ ਬਣ ਜਾਂਦੀ ਹੈ। ਤੇ ਜੇ ਤੁਹਾਡਾ ਬੇਸਿਕ MSP ਕੈਲਕੂਲੇਟ ਕਰਨ ਦਾ ਸਿਸਟਮ ਜਾਂ ਮੈਕੈਨਿਜ਼ਮ ਹੈ, ਅਗਰ ਉਹੀ ਠੀਕ ਨਹੀਂ ਹੈ, ਤੁਸੀਂ ਚਾਹੇ ਕੋਸਟ ਪਲੱਸ 50 ਕਰ ਦਿਓ, ਕੋਸਟ ਪਲੱਸ 70 ਕਰ ਦਿਓ, ਕੋਸਟ ਪਲੱਸ 100% ਕਰ ਦਿਓ, ਉਹਦੀ ਵਾਇਬਿਲਿਟੀ ਨਹੀਂ ਬਨੇਗੀ ਕਿਸਾਨ ਵਾਸਤੇ ਜਦ ਤੱਕ ਕੋਸਟ ਆਫ प्रोडक्शन यानी कि जो प्रोड्यूस कर रहा है ਉਹਦੀ ਸਾਰੇ ਕੰਪੋਨੈਂਟ ਆਫ ਦਾ ਕੋਸਟ, ਚਾਹੇ ਉਹਦੀ ਫਰਟੀਲਾਈਜ਼ਰ ਕੋਸਟ ਹੈ, ਚਾਹੇ ਉਹਦੀ ਕੰਪੋਨੈਂਟ ਦੀ ਰੈਂਟ ਦੀ ਕੋਸਟ ਹੈ, ਚਾਹੇ ਉਹਦੀ ਫੈਮਿਲੀ ਦੀ ਆਪਣੀ ਸੈਲਰੀ ਹੈ, ਚਾਹੇ ਉਹਦੀ ਲੈਂਡ ਦਾ ਰੈਂਟ ਹੈ, ਚਾਹੇ ਉਹਦੇ ਹੋਰ ਕੰਪੋਨੈਂਟ ਜਾਂ ਉਹਨੇ ਬੈਂਕ ਤੋਂ ਇੰਟਰਸਟ ਵੀ ਲਿੱਤਾ ਤਾਂ ਉਹ ਇੰਟਰਸਟ ਦੀ ਵੀ ਜਿਹੜੀ ਕੋਸਟ ਹੈ ਉਹਦੀ ਕੋਸਟ ਵਿੱਚ ਐਡ ਹੋ ਕੇ MSP ਕੈਲਕੂਲੇਟ ਹੋਣੀ ਚਾਹੀਦੀ ਹੈ, ਜਿਹੜੀ ਕਿ ਇੱਕ ਬਹੁਤ ਵੱਡਾ ਫਲॉ ਹੈ ਇਸ ਲਾਅ ਦੇ ਅੰਦਰ ਜਾਂ ਇਸ ਸਿਸਟਮ ਦੇ ਅੰਦਰ, ਜਿਹਨੂੰ ਕਿ ਸਰਕਾਰ ਨੂੰ ਐਡਰੈਸ ਕਰਨਾ ਚਾਹੀਦਾ ਹੈ। जी बिल्कुल, वो काले का काला है लोगों के लिए, बालों की जगह उनको सफेद दिल को करना चाहिए। वहां जो कलर है ऊपर तो सफेद कर लिया, लेकिन नीचे जो काला कलर है उसे भी सफेद करना पड़ेगा अगर वाकई इस महामारी के दौरान, इस कोरोना के दौरान लोगों को खुश देना चाहते हैं तो। लेकिन बिल्कुल झूठ के झूठ ऊपर आज भी एयरपोर्ट उनको, आगे जो पोर्ट्स हैं वो भी अडानी को, ये चीजें सब की हैं। और बड़ी बड़ी FDI बाहर जो बड़ी बड़ी कंपनी है उनको उनकी भागीदारी 51 से सीधी 75% कर दी गई है। तो आप अंदाजा लगाएंगे कैसे ये देश हमारा चलेगा। बिट्टू जी, लेकिन जो ये सरकार ने दिया है कि पैडी की खरीद पहले से ज्यादा, किसानों को पेमेंट ज्यादा हुए हैं। सुनिए, हर आप ये क्यों नहीं देखते हमारी आबादी कितनी बढ़ रही है, पॉपुलेशन बढ़ी ना, 130 करोड़ हो गई ना। तो जिस दिन शुरू हुए थे उस दिन 60 करोड़ से शुरू हुए थे। तो आज खेती, आज नए सीड आ रहे हैं, नई ज्यादा जरूरत है, तो जितनी पैदावार होगी उतनी खरीदोगे ना। तो जब पैदावार ज्यादा हो रही है तो वो खरीद आप उतनी रहे हैं। इसमें आश्चर्य की बात कौन सी है? अगर पहले 20 करोड़ था, फिर 40 करोड़ हो गया, 40,000 करोड़, आज वो 75,000 करोड़ हो गया। तो जितनी पैदावार है वो तो आप उठाएंगे ही ना, किसान को तो। ਤੇ ਲਗਾਤਾਰ ਅਸੀਂ ਖੇਤੀ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਸ ਬਜਟ ਦਾ ਖੇਤੀ ਸੈਕਟਰ ਤੇ ਕੀ ਕੁਝ ਅਸਰ ਹੈ ਔਰ तमाम ਸੈਕਟਰਸ ਤੇ ਤੁਹਾਨੂੰ ਇਸ ਦਾ ਅਸਰ ਦੱਸਾਂਗੇ। ਸਾਡੇ ਐਕਸਪਰਟ ਲਗਾਤਾਰ ਸਾਡੇ ਨਾਲ ਬੜੇ ਹੋਏ ਨੇ ਔਰ ਕੋਸ਼ਿਸ਼ ਰਹੇਗੀ ਇਸ ਦੇ ਮਾਇਨੇ ਸਮਝਾਏ ਜਾਣ ਕਿ ਅੱਜ ਦਾ ਜਿਹੜਾ ਬਜਟ ਪੇਸ਼ ਕੀਤਾ ਗਿਆ ਔਰ ਜਿੰਨੇ ਵੀ ਵਰਗ ਹੈ, ਕਿਉਂਕਿ ਅਸੀਂ ਟੈਕਸ ਪੇਅਰਸ ਹਾਂ ਔਰ ਟੈਕਸ ਪੇਅਰਸ ਦਾ ਅਸੀਂ ਟੈਕਸ ਪੇ ਕਰਦੇ ਇਸ ਤੋਂ ਬਾਅਦ ਸਾਨੂੰ ਆਊਟਪੁੱਟ ਦੇ ਵਿੱਚ ਕੀ ਮਿਲ ਰਿਹਾ ਉਸ ਦੇ ਮਾਇਨੇ ਸਮਝਾਉਣ ਦੀ ਕੋਸ਼ਿਸ਼ ਨਿਊਜ਼ 18 ਪੰਜਾਬ, ਹਰਿਆਣਾ, ਹਿਮਾਚਲ ਦੀ ਲਗਾਤਾਰ ਰਹੇਗੀ। ਬਿਲਕੁਲ ਅਸੀਂ ਕੋਸ਼ਿਸ਼ ਇਹੀ ਕਰ ਰਹੇ ਹਾਂ ਕਿ ਸੌਖੇ ਸ਼ਬਦਾਂ ਦੇ ਵਿੱਚ ਬਜਟ ਕੀ ਸੀ, ਕੀ ਤੁਹਾਡੇ ਲਈ ਸੀ, ਕਿ ਐਗਰੀਕਲਚਰ ਜਾਂ ਕਿਸ ਸੈਕਟਰ ਦੇ ਲਈ ਕੀ ਸੀ, ਉਹ ਤੁਹਾਡੇ ਤੱਕ ਪਹੁੰਚਾਈਏ। ਸਾਡੇ ਨਾਲ ਮਹਿਮਾਨ ਜੁੜੇ ਹੋਏ ਸਨ, ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਅਨਿਲ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਢਿੱਲੋਂ ਸਾਹਿਬ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਅਸੀਂ ਨਿੱਕੇ ਜਿਹੇ ਵਕਫੇ ਦੇ ਲਈ ਰੁਕ ਰਹੇ ਹਾਂ, ਵਾਪਸ ਆਵਾਂਗੇ। ਖਬਰਾਂ ਦਾ ਸਿਲਸਿਲਾ ਨਿਊਜ਼ 18 ਤੇ ਜਾਰੀ ਰਹੇਗਾ।